ਹਾਂ ਤੇਰੇ ਵੱਡੇ ਕੰਮ ਅਸੀਂ ਲੋਕਾਂ ਨੂੰ ਸੁਣਾਉਂਦੇ ਹਾਂ। ਸਾਰੇ ਜੱਗ ਵਿੱਚ ਤੇਰਾ ਵੱਡਾ ਨਾਮ ਏ, ਸਾਰੇ ਜੱਗ ਵਿੱਚ ਤੇਰਾ ਵੱਡਾ ਨਾਮ ਏ। ਤੂੰ ਓ ਮੇਰੀ ਜਿੰਦ ਨਾਲੇ ਮੇਰੀ ਜਾਨ ਏ, ਤੂੰ ਓ ਮੇਰੀ ਜਿੰਦ ਨਾਲੇ ਮੇਰੀ ਜਾਨ ਏ। ਰੱਬਾ ਤੂੰ ਓ ਮੇਰੇ ਲੁਕਣੇ ਦੀ ਥਾਂ ਏ, ਰੱਬਾ ਤੂੰ ਓ ਮੇਰੇ ਲੁਕਣੇ ਦੀ ਥਾਂ ਏ। ਤੂੰ ਓ ਮੇਰੀ ਜਿੰਦ ਨਾਲੇ ਮੇਰੀ ਜਾਨ ਏ, ਤੂੰ ਓ ਮੇਰੀ ਜਿੰਦ ਨਾਲੇ ਮੇਰੀ ਜਾਨ ਏ। ਤੇਰੇ ਅੱਗੇ ਦਿਲ ਨਜ਼ਰਾਨਾ ਰੱਖ ਦਿੱਤਾ ਏ, ਤੇਰੇ ਅੱਗੇ ਦਿਲ ਨਜ਼ਰਾਨਾ ਰੱਖ ਦਿੱਤਾ ਏ। ਸਭ ਕੁਝ ਤੇਰੀ ਸੂਲੀ ਥੱਲੇ ਰੱਖ ਦਿੱਤਾ ਏ, ਸਭ ਕੁਝ ਤੇਰੀ ਸੂਲੀ ਥੱਲੇ ਰੱਖ ਦਿੱਤਾ ਏ। ਲੱਭ ਗਈ ਏ ਮੈਨੂੰ ਪਿਆਰ ਵਾਲੀ ਥਾਂ ਏ, ਲੱਭ ਗਈ ਏ ਮੈਨੂੰ ਪਿਆਰ ਵਾਲੀ ਥਾਂ ਏ। ਤੂੰ ਓ ਮੇਰੀ ਜਿੰਦ ਨਾਲੇ ਮੇਰੀ ਜਾਨ ਏ, ਤੂੰ ਓ ਮੇਰੀ ਜਿੰਦ ਨਾਲੇ ਮੇਰੀ ਜਾਨ ਏ। ਰੱਬਾ ਤੂੰ ਓ ਮੇਰੇ ਲੁਕਣੇ ਦੀ ਥਾਂ ਏ, ਰੱਬਾ ਤੂੰ ਓ ਮੇਰੇ ਲੁਕਣੇ ਦੀ ਥਾਂ ਏ। ਤੂੰ ਓ ਮੇਰੀ ਜਿੰਦ ਨਾਲੇ ਮੇਰੀ ਜਾਨ ਏ, ਤੂੰ ਓ ਮੇਰੀ ਜਿੰਦ ਨਾਲੇ ਮੇਰੀ ਜਾਨ ਏ। ਪਾਪਾਂ ਦੇ ਹਨੇਰਿਆਂ ਚੋਂ ਯਿਸੂ ਮੈਨੂੰ ਕੱਢਿਆ, ਪਾਪਾਂ ਦੇ ਹਨੇਰਿਆਂ ਚੋਂ ਯਿਸੂ ਮੈਨੂੰ ਕੱਢਿਆ। ਸਵਰਗ ਨੂੰ ਜਾਣ ਵਾਲਾ ਰਾਹ ਮੈਨੂੰ ਦੱਸਿਆ, ਸਵਰਗ ਨੂੰ ਜਾਣ ਵਾਲਾ ਰਾਹ ਮੈਨੂੰ ਦੱਸਿਆ। ਦੁੱਖਾਂ ਤੋਂ ਛੁਡਾਇਆ ਕੀਤਾ ਸਾਜ਼ਮਾਂ ਨੇ, ਦੁੱਖਾਂ ਤੋਂ ਛੁਡਾਇਆ ਕੀਤਾ ਸਾਜ਼ਮਾਂ ਨੇ। ਤੂੰ ਓ ਮੇਰੀ ਜਿੰਦ ਨਾਲੇ ਮੇਰੀ ਜਾਨ ਏ, ਤੂੰ ਓ ਮੇਰੀ ਜਿੰਦ ਨਾਲੇ ਮੇਰੀ ਜਾਨ ਏ। ਰੱਬਾ ਤੂੰ ਓ ਮੇਰੇ ਲੁਕਣੇ ਦੀ ਥਾਂ ਏ, ਰੱਬਾ ਤੂੰ ਓ ਮੇਰੇ ਲੁਕਣੇ ਦੀ ਥਾਂ ਏ। ਤੂੰ ਓ ਮੇਰੀ ਜਿੰਦ ਨਾਲੇ ਮੇਰੀ ਜਾਨ ਏ, ਤੂੰ ਓ ਮੇਰੀ ਜਿੰਦ ਨਾਲੇ ਮੇਰੀ ਜਾਨ ਏ। ਤੂੰ ਚੇਤੇ ਰੱਖ ਬੰਦਿਆ ਦਿਨ ਉਹ ਵੀ ਆਉਣਾ ਏ, ਤੂੰ ਚੇਤੇ ਰੱਖ ਬੰਦਿਆ ਦਿਨ ਉਹ ਵੀ ਆਉਣਾ ਏ। ਤੈਨੂੰ ਜਾਗ ਨਹੀਂ ਆਉਣੀ, ਤੈਨੂੰ ਜਾਗ ਨਹੀਂ ਆਉਣੀ, ਤੂੰ ਐਸਾ ਸੋਹਣਾ ਏ। ਚੇਤੇ ਰੱਖ ਬੰਦਿਆ ਦਿਨ ਉਹ ਵੀ ਆਉਣਾ ਏ, ਤੂੰ ਚੇਤੇ ਰੱਖ ਬੰਦਿਆ ਦਿਨ ਉਹ ਵੀ ਆਉਣਾ ਏ। ਬੁੱਕਾਂ ਚੋਂ ਪਾਣੀ ਨੇ ਟਿਪ ਟਿਪ ਕਰ ਚੋ ਜਾਣਾ, ਬੁੱਕਾਂ ਚੋਂ ਪਾਣੀ ਨੇ ਟਿਪ ਟਿਪ ਕਰ ਚੋ ਜਾਣਾ। ਮਿੱਟੀ ਦਾ ਬਣਿਆ ਤੂੰ ਫਿਰ ਮਿੱਟੀ ਹੋ ਜਾਣਾ, ਮਿੱਟੀ ਦਾ ਬਣਿਆ ਤੂੰ ਫਿਰ ਮਿੱਟੀ ਹੋ ਜਾਣਾ। ਕਿੰਜ ਖੇਡਾਂ ਖੇਡ ਰਿਹਾ ਹੋ, ਕਿੰਜ ਖੇਡਾਂ ਖੇਡ ਰਿਹਾ ਜੋ ਆਪ ਖਿਡੌਣਾ ਏ। ਕਿੰਜ ਖੇਡਾਂ ਖੇਡ ਰਿਹਾ ਜੋ ਆਪ ਖਿਡੌਣਾ ਏ। ਤੈਨੂੰ ਜਾਗ ਨਹੀਂ ਆਉਣੀ, ਤੈਨੂੰ ਜਾਗ ਨਹੀਂ ਆਉਣੀ, ਤੂੰ ਐਸਾ ਸੋਹਣਾ ਏ। ਇਹ ਚੇਤੇ ਰੱਖ ਬੰਦਿਆ ਦਿਨ ਉਹ ਵੀ ਆਉਣਾ ਏ, ਤੂੰ ਚੇਤੇ ਰੱਖ ਬੰਦਿਆ ਦਿਨ ਉਹ ਵੀ ਆਉਣਾ ਏ। ਇਹ ਦੇਸ਼ ਬੇਗਾਨਾ ਏ ਚੰਗਾ ਨੀ ਦਿਲ ਲਾਉਣਾ, ਇਹ ਦੇਸ਼ ਬੇਗਾਨਾ ਏ ਚੰਗਾ ਨੀ ਦਿਲ ਲਾਉਣਾ। ਆਇਆ ਤੇ ਤੁਰ ਜਾਏਗਾ ਪਰ ਜਾ ਕੇ ਨਹੀਂ ਆਉਣਾ,
आया ते तुर जाएगा पर जाके नहीं होना ओनू जेब नहीं होनी ओनू जेब नहीं होनी जेड़ा सूट तू पाउणा है ओनू जेब नहीं होनी जेड़ा सूट तू पाउणा है। हालेलुया हालेलुया। प्रभु तेरा शुक्र हो, इस इलाके लिए तेरा शुक्र हो। प्रभु साडी सारिਆਂ ਦੀ ਸਮਝ ਨੂੰ ਖੋਲ ਦਿਓ, ਤੁਹਾਡੇ ਵਚਨ ਨੂੰ, ਤੁਹਾਡੀ ਇੱਛਾ ਨੂੰ ਅਸੀਂ ਜਾਣ ਸਕੀਏ ਔਰ ਤੁਹਾਡੀ ਕਿਰਪਾ ਹੋਵੇ। ਸੋ ਰੱਬ ਦਾ ਸ਼ੁਕਰ ਹੋਵੇ, ਅਸੀਂ ਅੱਜ ਇਸ ਇਲਾਕੇ ਦੇ ਵਿੱਚ ਹਾਂ, ਜਗ੍ਹਾ ਜਗ੍ਹਾ ਖੁਸ਼ਖਬਰੀ ਸੁਣਾਉਂਦੇ ਹੋਏ ਅੱਜ ਇਸ ਜਗ੍ਹਾ ਤੇ ਵੀ ਅਸੀਂ ਉਹ ਖੁਸ਼ਖਬਰੀ ਲੈ ਕੇ ਆਏ ਆ ਜਿਹੜੀ ਇਨਸਾਨਾਂ ਦੇ ਵਾਸਤੇ ਪ੍ਰਮਾਤਮਾ ਨੇ ਰੱਖੀ ਹੋਈ ਆ। ਸੋ ਜਿੱਦਾਂ ਅਸੀਂ ਦੇਖ ਰਹੇ ਹਾਂ ਅੱਜ ਸੰਸਾਰ ਦੇ ਵਿੱਚ ਕਿੰਨਾ ਹਰ ਪਾਸੇ ਹਾਹਾਕਾਰ ਪਈ ਹੋਈ ਆ ਔਰ ਮਹਾਮਾਰੀ ਤੇ ਮਹਾਮਾਰੀ ਪਈ ਆ ਔਰ ਕਰੋਨਾ ਨੇ ਕਿੱਦਾਂ ਹਾਲਾਤ ਕਰ ਦਿੱਤੀ ਆ, ਕਿੱਦਾਂ ਲੋਕ ਦੁਖੀ ਆ, ਕਿੱਦਾਂ ਬਿਮਾਰੀ ਨਾਲ ਪੀੜਿਤ ਆ, ਕਿੱਦਾਂ ਬਿਮਾਰੀ ਨਾਲ ਕਰੋਨਾ ਦੇ ਨਾਲ ਮਰ ਰਹੇ ਆ। ਔਰ ਗੰਗਾ ਦੇ ਕਿਨਾਰੇ ਅਸੀਂ ਦੇਖਿਆ ਔਰ ਖਬਰਾਂ ਦੇ ਵਿੱਚ ਵੀ ਸੁਣਿਆ ਕਿ ਕਿੱਦਾਂ ਲਾਸ਼ਾਂ ਉੱਥੇ ਉਦਾਂ ਹੀ ਸਿੱਟ ਦਿੱਤੀਆਂ ਗਈਆਂ ਔਰ ਉਹਨਾਂ ਨੂੰ ਪੰਛੀ ਖਾ ਰਹੇ ਆ, ਜਾਨਵਰ ਖਾ ਰਹੇ ਆ, ਉਹਨਾਂ ਦਾ ਸੰਸਕਾਰ ਨਹੀਂ ਹੋਣ ਦਾ ਮੌਕਾ ਮਿਲਿਆ, ਕਬਰ ਨਸੀਬ ਨਹੀਂ ਹੋਈ ਉਹਨਾਂ ਲਾਸ਼ਾਂ ਨੂੰ। ਔਰ ਕਿੱਦਾਂ ਇਹ ਮਹਾਮਾਰੀ ਵੱਧਦੀ ਔਰ ਫੈਲਦੀ ਜਾ ਰਹੀ ਹੈ। ਇਹਦੇ ਨਾਲ ਨਾਲ ਹੀ ਅਸੀਂ ਦੇਖ ਰਹੇ ਹਾਂ ਕਿ ਬਲੈਕ ਫੰਗਸ, ਯੈਲੋ ਫੰਗਸ, ਵਾਈਟ ਫੰਗਸ ਵਗੈਰਾ ਜਿਹੜੀਆਂ ਇਹ ਮਹਾਮਾਰੀਆਂ ਆ ਉਹ ਫੈਲਦੀਆਂ ਜਾ ਰਹੀਆਂ, ਜਾਨ ਲੈ ਕੇ ਛੱਡ ਰਹੀਆਂ ਆ। ਸੋ ਰਾਜਿਆਂ ਤੱਕ ਦੇ ਵੀ ਹੱਥ ਖੜੇ ਹੋ ਗਏ ਆ ਔਰ ਇਹ ਸਾਰਾ ਕੁਝ ਬਾਣੀ ਦੇ ਵਿੱਚ ਪਹਿਲਾਂ ਦਰਜ ਆ ਕਿ ਇਹ ਹੋਣਾ ਆ। ਇਹ ਹੋਣਾ ਕਿਉਂ? ਕਿਉਂਕਿ ਇਨਸਾਨ ਜਿਹੜਾ ਆ ਉਹ ਪਾਪ ਦੇ ਵਿੱਚ ਗਿਰ ਗਿਆ ਹੋਇਆ, ਪਾਪ ਦੇ ਵਿੱਚ ਡਿੱਗ ਪਿਆ। ਪਰਮੇਸ਼ਰ ਨੇ ਜਦੋਂ ਆਦਮ ਨੂੰ ਅਦਨ ਦੇ ਬਾਗ ਦੇ ਵਿੱਚ ਬਣਾਇਆ ਸੀਗਾ ਤੇ ਉਹਨੂੰ ਕਿਹਾ ਸੀਗਾ ਤੂੰ ਅਦਨ ਦੇ ਬਾਗ ਦੇ ਵਿੱਚੋਂ ਹਰੇਕ ਪੇੜ ਚੋਂ ਖਾ ਸਕਦਾ ਪਰ ਜਿਹੜਾ ਵਿਚਕਾਰ ਪੇੜ ਲਗਾਇਆ ਉਹਦੇ ਤੋਂ ਨਹੀਂ ਖਾਣਾ, ਖਾਊਂਗਾ ਤੇ ਮਰੇਗਾ। ਸੋ ਉਹਨੇ ਖਾ ਲਿਆ ਔਰ ਬਾਣੀ ਦੱਸਦੀ ਆ ਕਿ ਉਹਦੇ ਖਾਂਦੇ ਸਾਰ ਹੀ ਆਗਿਆ ਦਾ ਉਲੰਘਣ ਹੋ ਗਿਆ। ਆਗਿਆ ਦਾ ਉਲੰਘਣ ਕਾਰਨ ਆਦਮ ਜਿਹੜਾ ਸੀ ਪਾਪ ਦੇ ਵਿੱਚ ਚਲਾ ਗਿਆ ਔਰ ਪਾਪ ਵਿੱਚ ਜਾਣ ਦੇ ਕਾਰਨ ਫਿਰ ਪਰਮੇਸ਼ਰ ਨੇ ਉਹਨੂੰ ਅਦਨ ਦੇ ਬਾਗ ਦੇ ਵਿੱਚੋਂ ਕੱਢ ਦਿੱਤਾ। ਔਰ ਇਹੀ ਆਦਮ ਜਿਹਦੇ ਤੋਂ ਅਸੀਂ ਸਾਰੀਆਂ ਜਾਤੀਆਂ ਦੇ ਲੋਕ ਪੈਦਾ ਹੋਏ ਆ, ਉਸੇ ਇੱਕੋ ਆਦਮ ਤੋਂ ਜਿਹਨੂੰ ਪਰਮੇਸ਼ਰ ਨੇ ਆਪਣੇ ਸਰੂਪ ਤੇ ਬਣਾਇਆ ਸੀਗਾ, ਆਦਮ ਨੂੰ ਕੱਢ ਦਿੱਤਾ ਗਿਆ। ਇਹਦੀ ਹਾਲਤ ਇਦਾਂ ਦੀ ਸੀ ਜਿੱਦਾਂ ਇੱਕ ਸੂਰ ਨੂੰ ਚਿੱਕੜ ਦੇ ਵਿੱਚੋਂ ਜਦੋਂ ਨਿਕਲਦਾ ਆ ਤੇ ਚਿੱਕੜ ਖਿਲਾਰਦਾ ਜਾਂਦਾ ਆ। ਇਸੇ ਤਰੀਕੇ ਨਾਲ ਇਹ ਆਦਮ ਜਦੋਂ ਅਦਨ ਦੇ ਬਾਗ ਚੋਂ ਨਿਕਲਿਆ, ਜਿੰਨੀਆਂ ਇਹਦੀਆਂ ਸੰਤਾਨਾਂ ਹੋਈਆਂ, ਔਲਾਦਾਂ ਹੋਈਆਂ, ਜਿੰਨਾ ਇਹ ਵਧਿਆ ਫੈਲਿਆ, ਸਮਝ ਲਓ ਇੱਕ ਕਿਸਮ ਦਾ ਪਾਪ ਦਾ ਚਿੱਕੜ ਜਿਹੜਾ ਸੀ ਉਹ ਸੰਸਾਰ ਵਿੱਚ ਖਿਲਰਦਾ ਗਿਆ। ਇਸ ਟਾਈਮ ਸਾਰਾ ਸੰਸਾਰ ਪਾਪ ਦੇ ਨਾਲ ਭਰਿਆ ਪਿਆ। ਪਾਪ ਕੀ ਆ? ਜਿੱਦਾਂ ਗਾਲਾਂ ਕੱਢਣੀਆਂ, ਵੈਰ ਰੱਖਣਾ, ਵਿਰੋਧ ਕਰਨਾ, ਨਿੰਦਾ ਕਰਨੀ, ਈਰਖਾ, ਜਲਨ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ, ਇਹ ਸਾਰੇ ਪਾਪ ਦੇ ਲੱਛਣ ਆ। ਔਰ ਇਹ ਅਸੀਂ ਸਾਰੇ ਜਿੰਨੇ ਵੀ ਅਸੀਂ ਚਾਹੇ ਕਿਸੇ ਵੀ ਮਜ਼ਹਬ ਦੇ ਹੋਈਏ, ਸਾਰਿਆਂ ਦੇ ਵਿੱਚੋਂ ਇਹ ਨਿਕਲਦੀਆਂ, ਸਾਰਿਆਂ ਦੇ ਮੂੰਹ ਚੋਂ ਇਹ ਚੀਜ਼ਾਂ ਨਿਕਲਦੀਆਂ ਆ। ਸਾਰੇ ਦੇ ਮਨ ਦੇ ਵਿੱਚ ਇਹ ਵਿਚਾਰ ਰਹਿੰਦੇ, ਗੰਦੇ ਵਿਚਾਰ। ਕਾਰਨ ਕੀ ਆ ਕਿ ਜਿਹੜਾ ਆਦਮ ਆ ਉਹਦਾ ਅੰਸ਼ ਸਾਡੇ ਵਿੱਚ ਆ, ਉਹਦਾ ਲਹੂ ਸਾਡੇ ਵਿੱਚ ਆ, ਉਹਦਾ ਲਹੂ ਦੇ ਵਿੱਚ ਬਾਣੀ 'ਚ ਲਿਖਿਆ ਸੁਭਾਅ ਹੁੰਦਾ ਆ ਔਰ ਸਾਡੇ ਵਿੱਚ ਸਾਰਿਆਂ ਦੇ ਵਿੱਚ ਇੱਕੋ ਹੀ ਉਹ ਪਾਪ ਦਾ ਸੁਭਾਅ ਪਾਇਆ ਜਾਂਦਾ ਆ। ਔਰ ਬਾਣੀ ਦੱਸਦੀ ਆ ਅਯੂਬ ਦੀ ਕਿਤਾਬ 3:26 ਦੇ ਵਿੱਚ, ਨਾ ਮੈਨੂੰ ਸੁੱਖ ਹੈ, ਨਾ ਚੈਨ ਹੈ, ਨਾ ਆਰਾਮ, ਸਗੋਂ ਬੇਚੈਨੀ ਆਉਂਦੀ ਆ। ਅੱਜ ਇਨਸਾਨ ਦੀ ਹਾਲਤ ਇਦਾਂ ਦੀ ਆ, ਨਾ ਸੁੱਖ ਆ, ਨਾ ਚੈਨ ਆ, ਨਾ ਆਰਾਮ ਆ। ਔਰ ਇਹ ਲੱਭਦਾ ਹੈ, ਇਹਨੂੰ ਹਰ ਥਾਂ ਤੇ ਭਗਤੀ ਕਰਕੇ ਵੀ ਲੱਭ ਰਿਹਾ ਆ, ਧਨ ਦੌਲਤ ਕਮਾ ਕੇ ਵੀ ਲੱਭ ਰਿਹਾ ਆ, ਨਾਮ ਕਮਾ ਕੇ ਵੀ ਲੱਭ ਰਿਹਾ, ਰੁਤਬੇ ਪਾ ਕੇ ਵੀ ਲੱਭ ਰਿਹਾ, ਪਰ ਚੈਨ ਆਉਂਦਾ ਨਹੀਂ। ਨਾ ਸੁੱਖ ਆ, ਨਾ ਚੈਨ ਆ, ਨਾ ਆਰਾਮ ਆ, ਸਗੋਂ ਬੇਚੈਨੀ ਹੀ ਆਉਂਦੀ ਆ। ਰਾਜਾ ਤੱਕ ਵੀ ਬਣ ਜਾਂਦਾ, ਪ੍ਰਧਾਨ ਮੰਤਰੀ ਬਣ ਜਾਂਦਾ, ਪਰ ਬੇਚੈਨੀ ਜਾਂਦੀ ਨਹੀਂ। ਜਿਹੜੇ ਸੁੱਖ ਨੂੰ ਪਾਉਣ ਦੇ ਲਈ ਕੀ ਕੁਛ ਨਹੀਂ ਪ੍ਰਾਪਤ ਕਰਦਾ, ਹਰ ਚੀਜ਼ ਦੀ ਪ੍ਰਾਪਤੀ ਕਰ ਲੈਂਦਾ ਆ ਪਰ ਸੁੱਖ ਮਿਲਦਾ ਨਹੀਂ। ਔਰ ਲਿਖਿਆ ਕਿ ਨਾ ਸੁੱਖ ਹੈ, ਨਾ ਚੈਨ ਹੈ, ਨਾ ਆਰਾਮ ਹੈ, ਸਗੋਂ ਬੇਚੈਨੀ ਆਉਂਦੀ ਹੈ। ਯਿਰਮਿਆ 29:11 ਦੇ ਵਿੱਚ ਲਿਖਿਆ ਹੋਇਆ, ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ। ਯਹੋਵਾ ਦਾ ਵਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਾਈ ਦੀਆਂ ਨਹੀਂ, ਭਾਈ ਮੈਂ ਤੁਹਾਨੂੰ ਛੇਕੜ ਨੂੰ ਆਸ ਦਵਾਵਾਂ। ਸੋ ਆਦਮ ਕਹਿ ਰਿਹਾ ਆ, ਇਨਸਾਨ ਦੀ ਅੱਜ ਆਵਾਜ਼ ਆ, ਚਾਹੇ ਹਿੰਦੂ ਹੋਵੇ, ਮੁਸਲਮਾਨ, ਸਿੱਖ, ਈਸਾਈ, ਕੋਈ ਵੀ ਹੋਵੇ, ਕਹਿੰਦਾ ਮੈਨੂੰ ਬੇਚੈਨੀ ਆ, ਸੁੱਖ ਨਹੀਂ। ਪਰ ਬਾਣੀ ਦੱਸਦੀ, ਪਰਮੇਸ਼ਰ ਕਹਿੰਦਾ ਆ, ਮੈਂ ਤਾਂ ਤੁਹਾਨੂੰ
ਤੁਹਾਡੇ ਲਈ ਚੰਗੀਆਂ ਸੋਚਾਂ ਸੋਚੀਆਂ ਆ, ਬੁਰਾਈ ਦੀਆਂ ਸੋਚਾਂ ਤਾਂ ਸੋਚੀਆਂ ਨਹੀਂ। ਇਹ ਜਿਹੜੀ ਬੁਰਾਈ ਤੁਹਾਡੇ ਲਈ ਪਈ ਇਹ ਮੇਰੀ ਸੋਚ ਦੇ ਵਿੱਚ ਹੈ ਹੀ ਨਹੀਂ, ਮੇਰੀ ਕਿਸੇ ਵੀ ਪਲਾਨ ਦੇ ਵਿੱਚ ਤੁਹਾਡੇ ਲਈ ਬੁਰਾਈ ਹੈ ਨਹੀਂ, ਪਰ ਇਹ ਬੁਰਾਈ ਤੁਸੀਂ ਆਪ ਚੁਣੀ ਹੋਈ ਆ। ਸੋ ਪਰਮੇਸ਼ਰ ਕਹਿੰਦਾ ਮੈਂ ਤਾਂ ਤੁਹਾਡੇ ਲਈ ਚੰਗੀਆਂ ਸੋਚਾਂ ਸੋਚੀਆਂ ਹੋਈਆਂ, ਮੈਂ ਤਾਂ ਜਿੱਦਾਂ ਆਪ ਪਵਿੱਤਰ ਆ, ਮੈਂ ਤਾਂ ਸੋਚਦਾ ਤੁਸੀਂ ਵੀ ਪਵਿੱਤਰ ਹੋਵੋ ਔਰ ਤੁਸੀਂ ਮੇਰੇ ਨਾਲ ਸਦਾ ਲਈ ਵਾਸ ਕਰੋ। ਪਰ ਤੁਸੀਂ ਆਪਣੀ ਇੱਛਾ ਨੂੰ ਚੁਣ ਲਿਆ ਔਰ ਆਪਣੀ ਇੱਛਾ ਦੀ ਭਗਤੀ ਕਰਦੇ ਹੋ ਔਰ ਆਪਣੀ ਇੱਛਾ ਦੇ ਨਾਲ ਹੀ ਜਪ ਤਪ ਕਰਦੇ ਹੋ ਔਰ ਆਪਣੀ ਇੱਛਾ ਦੇ ਨਾਲ ਹੀ ਤੁਸੀਂ ਮੈਨੂੰ ਪਾਉਣਾ ਚਾਹੁੰਦੇ ਹੋ। ਸੋ ਆਪਣੀ ਇੱਛਾ ਦੇ ਤਰੀਕੇ ਦੇ ਨਾਲ ਮੈਨੂੰ ਪਾਉਣਾ ਚਾਹੁੰਦੇ ਹੋ। ਇਸ ਤਰੀਕੇ ਨਾਲ ਕੋਈ ਵੀ ਰੱਬ ਨੂੰ ਪਾ ਨਹੀਂ ਸਕਦਾ, ਕਿਉਂਕਿ ਬਾਣੀ 'ਚ ਲਿਖਿਆ ਆਦਮ ਪਾਪ ਦੇ ਵਿੱਚ ਗਿਰ ਗਿਆ ਔਰ ਇਹ ਆਦਮ ਜਿਹੜਾ ਪਾਪ ਵਿੱਚ ਡਿੱਗਿਆ ਪਿਆ ਆ, ਆਪਣੀ ਬੁੱਧੀ ਦੇ ਨਾਲ ਆਪਣੀ ਭਗਤੀ ਦੇ ਨਾਲ ਜੇ ਪਾਪ ਚੋਂ ਆਪ ਹੀ ਨਿਕਲ ਜਾਵੇ ਫਿਰ ਤੇ ਪ੍ਰਮਾਤਮਾ ਦੀ ਲੋੜ ਹੀ ਨਹੀਂ। ਸੋ ਅਗਰ ਕਿਸੇ ਨੂੰ ਪਾਪ ਦੇ ਵਿੱਚੋਂ ਕੱਢਣਾ ਉਹ ਵੀ ਪਰਮੇਸ਼ਰ ਹੀ ਕੱਢ ਸਕਦਾ ਆ। ਸਿਰਫ ਇਨਸਾਨ ਦਾ ਕੰਮ ਕੀ ਆ? ਜਪ ਤਪ ਨਹੀਂ ਕਰਨਾ। ਇਨਸਾਨ ਦਾ ਕੰਮ ਆ ਆਪਣੀ ਗਲਤੀ ਨੂੰ ਮੰਨ ਲੈਣਾ। ਅੱਜ ਅਸੀਂ ਦੇਖਦੇ ਬੜੇ ਜਪ ਤਪ ਕਰਨ ਵਾਲੇ ਆ, ਬੜੇ ਨਾਮਦਾਨ ਲੈਣ ਵਾਲੇ ਆ, ਨਿਤਨੇਮ ਕਰਨ ਵਾਲੇ ਆ, ਪਰ ਗਾਲਾਂ ਕੱਢਣੋਂ ਹਟਦੇ ਨਹੀਂ, ਵੈਰ ਕਰਨੋਂ ਹਟਦੇ ਨਹੀਂ, ਝਗੜੇ ਕਰਨੋਂ ਹਟਦੇ ਨਹੀਂ। ਕਾਰਨ ਕੀ ਆ? ਕਿਉਂਕਿ ਜਪ ਤਪ ਦੇ ਵਿੱਚ ਇਹ ਤਾਕਤ ਨਹੀਂ ਕਿਸੇ ਦੇ ਪਾਪ ਮਾਫ ਕਰ ਦੇਵੇ। ਜਪ ਤਪ ਦੇ ਵਿੱਚ ਇਹ ਤਾਕਤ ਹੈ ਕਿ ਤੁਹਾਡੇ ਕੋਲ ਤੁਹਾਡੇ ਸ਼ਬਦਾਂ ਵਿੱਚ ਪਾਵਰ ਆ ਜਾਂਦੀ। ਤੁਸੀਂ ਕਿਸੇ ਨੂੰ ਆਸ਼ੀਰਵਾਦ ਦਿਓਗੇ, ਆਸ਼ੀਰਵਾਦ ਲੱਗ ਜਾਊਗਾ, ਕੋਈ ਚਮਤਕਾਰ ਹੋ ਜਾਊਗਾ, ਪਰ ਪਾਪ ਜਾਊਗਾ ਨਹੀਂ। ਪਾਪ ਅਗਰ ਜਾਣਾ ਆ ਤੇ ਉਹ ਸਿਰਫ ਔਰ ਸਿਰਫ ਪਰਮੇਸ਼ਰ ਦੇ ਵੱਲੋਂ ਦੂਰ ਹੋਣਾ ਆ, ਔਰ ਉਹ ਵੀ ਤਾਂ ਜੇਕਰ ਕੋਈ ਆਪਣੀ ਗਲਤੀ ਨੂੰ ਮੰਨ ਲਵੇ। ਸੋ ਅਸੀਂ ਦੇਖ ਰਹੇ ਕਿ ਨਾ ਸੁੱਖ ਆ, ਨਾ ਚੈਨ ਆ, ਨਾ ਆਰਾਮ ਆ, ਸਗੋਂ ਬੇਚੈਨੀ ਆ। ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਲਈ ਬੁਰਾਈ ਦੀਆਂ ਸੋਚਾਂ ਸੋਚੀਆਂ ਨਹੀਂ, ਮੈਂ ਤਾਂ ਸ਼ਾਂਤੀ ਦੀਆਂ ਸੋਚਾਂ ਸੋਚੀਆਂ। ਜਿਹੜੀ ਸ਼ਾਂਤੀ ਤੁਸੀਂ ਲੱਭਣਾ ਚਾਹੁੰਦੇ ਮੈਂ ਤਾਂ ਉਹਦੀ ਸੋਚ ਸੋਚੀ ਹੋਈ ਆ, ਪਰ ਤੁਸੀਂ ਉਹ ਸ਼ਾਂਤੀ ਪਾਉਣ ਲਈ ਆਉਂਦੇ ਨਹੀਂ। ਯਸ਼ਾਇਆ 59:1-2 ਦੇ ਵਿੱਚ ਲਿਖਿਆ, ਵੇਖੋ ਯਹੋਵਾ ਦਾ ਹੱਥ ਛੋਟਾ ਨਹੀਂ ਪਈ ਬਚਾਵੇ ਨਾ, ਉਹਦੇ ਕੰਨ ਭਾਰੇ ਨਹੀਂ ਪਈ ਉਹ ਸੁਣੇ ਨਾ, ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਰ ਵਿੱਚ ਜੁਦਾਈ ਪਾ ਦਿੱਤੀ ਹੈ ਅਤੇ ਤੁਹਾਡੇ ਪਾਪਾਂ ਨੇ ਉਹਦਾ ਮੂੰਹ ਤੁਹਾਤੋਂ ਲੁਕਾ ਦਿੱਤਾ ਹੈ ਭਈ ਉਹ ਨਾ ਸੁਣੇ। ਸੋ ਬਾਣੀ ਦੱਸਦੀ ਆ ਕਿ ਪਰਮੇਸ਼ਰ ਤਾਂ ਦਾ ਵਚਨ ਤਾਂ ਦੱਸਦਾ ਆ ਕਿ ਉਹਦਾ ਹੱਥ ਛੋਟਾ ਨਹੀਂ ਕਿ ਬਚਾਵੇ ਨਾ, ਉਹਦੇ ਕੰਨ ਭਾਰੇ ਨੇ ਕਿ ਸੁਣੇ ਨਾ। ਪਰ ਅੱਜ ਸਾਡੀਆਂ ਬਦੀਆਂ ਨੇ, ਸਾਡੇ ਪਾਪਾਂ ਨੇ ਸਾਡੇ ਵਿੱਚ ਤੇ ਸਾਡੇ ਪਰਮੇਸ਼ਰ ਦੇ ਵਿੱਚ ਜੁਦਾਈ ਪਾਈ ਹੋਈ ਆ। ਔਰ ਇਹਦੇ ਲਈ ਲਿਖਿਆ ਹੋਇਆ ਆ ਯਿਰਮੀਆ 30:12-15 ਵਿੱਚ, ਯਹੋਵਾ ਤੇ ਇਉਂ ਫਰਮਾਉਂਦਾ ਹੈ, ਤੇਰਾ ਘਾਉ ਅਸਾਧ ਹੈ ਅਤੇ ਤੇਰਾ ਫੱਟ ਸਖਤ ਹੈ, ਤੇਰਾ ਕੋਈ ਦਰਦੀ ਨਹੀਂ ਭਈ ਤੇਰੇ ਪੱਟੀ ਬੰਨੇ, ਤੇਰੇ ਲਈ ਕੋਈ ਦਵਾ ਦਾਰੂ ਨਹੀਂ, ਤੇਰੇ ਸਾਰੇ ਪ੍ਰੇਮੀ ਤੈਨੂੰ ਭੁੱਲ ਗਏ, ਉਹ ਤੇਰੀ ਭਾਲ ਨਹੀਂ ਕਰਦੇ, ਕਿਉਂ ਜੋ ਮੈਂ ਤੈਨੂੰ ਵੈਰੀ ਦੀ ਮਾਰ ਮਾਰੀ, ਬੇਤਰਸ ਵੈਰੀ ਦੀ ਸਜ਼ਾ ਨਾਲ ਤੇਰੀ ਬਦੀ ਜੋ ਵੱਧ ਗਈ ਸੀ, ਤੇਰੇ ਪਾਪ ਜੋ ਵੱਧ ਗਏ ਸੀ। ਬਾਣੀ ਇੱਥੇ ਵੀ ਦੱਸਦੀ ਆ ਕਿ ਤੇਰਾ ਫੱਟ ਜਿਹੜਾ ਆ ਉਹ ਸਾਧ ਆ, ਤੇਰਾ ਜ਼ਖਮ ਜਿਹੜਾ ਉਹ ਗਹਿਰਾ ਆ। ਇਹ ਜਿਹੜਾ ਪਾਪ ਦਾ ਜ਼ਖਮ ਤੈਨੂੰ ਲੱਗਾ ਹੋਇਆ ਆ ਇਹ ਬਹੁਤ ਗਹਿਰਾ ਆ, ਕਿਉਂਕਿ ਤੇਰੇ ਵਿੱਚ ਬਦੀ ਪਾਈ ਗਈ ਆ। ਇਹ ਬਦੀ ਦੇ ਕਾਰਨ ਤੇਰੇ ਵਿੱਚ ਇਹ ਪਾਪ ਦਾ ਜ਼ਖਮ ਆ। ਅੱਜ ਸਾਡੇ ਸਰੀਰ ਦੇ ਜ਼ਖਮ ਤਾਂ ਠੀਕ ਹੋ ਜਾਂਦੇ, ਭਿਆਨਕ ਤੋਂ ਭਿਆਨਕ ਜ਼ਖਮ ਠੀਕ ਹੋ ਰਹੇ ਆ, ਬੜੇ ਤਕੜੇ ਇਲਾਜ ਕੀਤੇ ਜਾ ਰਹੇ ਆ, ਬੜੇ ਦਵਾ ਦਾਰੂ ਹੈਗੇ ਆ, ਪਰ ਜਿਹੜਾ ਸਾਡਾ ਪਾਪ ਆ, ਪਾਪ ਦਾ ਕੋਈ ਦਵਾ ਦਾਰੂ ਨਹੀਂ। ਪਾਪ ਦਾ ਜਿਹੜਾ ਫੱਟ ਆ ਸਾਡੇ ਵਿੱਚ ਅਸਾਧ ਆ ਉਹ ਵੱਧਦਾ ਜਾ ਰਿਹਾ ਆ। ਇਸ ਲਈ ਬਾਣੀ ਦੱਸਦੀ ਆ ਰਸੂਲਾਂ ਦੀ ਕਿਤਾਬ 3:19 ਵਿੱਚ ਲਿਖਿਆ, ਇਸ ਲਈ ਤੌਬਾ ਕਰੋ ਅਤੇ ਮੁੜੋ ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਅਤੇ ਸਵਰਗ ਚੋਂ ਸੁੱਖ ਦੇ ਦਿਨ ਆਉਣ। ਸੋ ਅਗਰ ਸੁੱਖ ਕਿਸੇ ਨੂੰ ਚਾਹੀਦਾ ਆ ਤੇ ਉਹਦੇ ਵਾਸਤੇ ਬਾਣੀ 'ਚ ਲਿਖਿਆ ਆ ਉਹਦੇ ਲਈ ਤੌਬਾ ਜ਼ਰੂਰੀ ਆ। ਤੌਬਾ ਜ਼ਰੂਰੀ ਆ, ਤੌਬਾ ਕਰਕੇ ਮੁੜਨਾ ਜ਼ਰੂਰੀ ਆ, ਫਿਰ ਦੁਬਾਰਾ ਉਹ ਕੰਮ ਨਹੀਂ ਕਰਨੇ। ਪਹਿਲੀ ਗੱਲ ਤੌਬਾ ਕਰਨੀ ਆ, ਫਿਰ ਮੁੜ ਜਾਣਾ ਆ। ਔਰ ਬਾਣੀ ਦੱਸਦੀ ਆ ਫਿਰ ਸਵਰਗ ਦੇ ਵਿੱਚੋਂ ਸੁੱਖ ਦੇ ਦਿਨ ਆਉਣਗੇ। ਸੋ ਅਸੀਂ ਧਰਤੀ ਤੋਂ ਸੁੱਖ ਦੇ ਦਿਨ ਲੱਭਦੇ ਹਾਂ ਪਰ ਮਿਲਦੇ ਨਹੀਂ। ਔਰ ਅਸੀਂ ਦੇਖ ਰਹੇ ਹਾਂ, ਅਸੀਂ ਕਈ ਵਾਰੀ ਸੋਚਦੇ ਹਾਂ ਕਿ ਸ਼ਾਦੀ ਹੋ ਜੂਗੀ ਸੁੱਖ ਮਿਲ ਜੂਗਾ, ਸ਼ਾਦੀ ਹੋ ਜਾਂਦੀ ਪਰ ਸੁੱਖ ਨਹੀਂ ਮਿਲਦਾ। ਫਿਰ ਕਹਿੰਦੇ ਔਲਾਦ ਹੋ ਜੂਗੀ ਸੁੱਖ ਮਿਲ ਜੂਗਾ, ਔਲਾਦ ਹੋ ਜਾਂਦੀ ਪਰ ਸੁੱਖ ਨਹੀਂ ਮਿਲਦਾ। ਫਿਰ ਕਹਿੰਦੇ ਬਿਜ਼ਨਸ ਠੀਕ ਹੋ ਜੂਗਾ ਸੁੱਖ ਮਿਲ ਜੂਗਾ, ਬਿਜ਼ਨਸ ਠੀਕ ਹੋ ਜਾਂਦਾ ਪਰ ਸੁੱਖ ਮਿਲਦਾ ਨਹੀਂ। ਕਿਉਂਕਿ ਇਹ ਸੁੱਖ ਜਿਹੜਾ ਆ ਅਸੀਂ ਧਰਤੀ ਤੋਂ ਪਾਲ ਰਹੇ ਹਾਂ, ਧਰਤੀ ਦੀਆਂ ਚੀਜ਼ਾਂ ਤੋਂ ਪਾਲ ਰਹੇ ਹਾਂ, ਧਰਤੀ ਦੀਆਂ ਵਸਤੂਆਂ ਤੋਂ ਪਾਲ ਰਹੇ ਹਾਂ। ਪਰ ਬਾਣੀ 'ਚ ਲਿਖਿਆ ਧਰਤੀ ਦੀਆਂ ਵਸਤੂਆਂ ਸਾਰੀਆਂ ਸ਼ਰਾਪ ਦੇ ਵਿੱਚ ਆ, ਕਿਉਂਕਿ ਆਦਮ ਦੇ ਪਾਪ ਦੇ ਕਾਰਨ ਆਦਮ ਜਿੱਥੇ ਜਿੱਥੇ ਪੈਰ ਜ਼ਮੀਨ ਤੇ ਰੱਖਦਾ ਜਾ ਰਿਹਾ ਹਰ ਜਗ੍ਹਾ ਤੇ ਸ਼ਰਾਪ ਦੇ ਵਿੱਚ ਜ਼ਮੀਨ ਪੈਂਦੀ ਜਾ ਰਹੀ ਆ। ਔਰ ਇਸੇ ਲਈ ਬਾਣੀ ਵਿੱਚ ਲਿਖਿਆ ਹੈ, ਤੂੰ ਚਾਹੇ ਅਸਮਾਨਾਂ ਦੇ ਉੱਤੇ ਵੀ ਆਲਣਾ ਬਣਾ ਲਵੇਂ, ਇਹ ਆਦਮ ਮੈਂ ਤੈਨੂੰ ਉੱਥੋਂ ਵੀ ਖਿੱਚ ਲਊਂਗਾ।
ਸੋ ਅਸੀਂ ਦੇਖਦੇ ਹਾਂ ਕਿ ਚੰਦਰਮਾ ਤੇ ਵੀ ਅੱਜ ਪਲਾਟ ਕੱਟੇ ਜਾ ਰਹੇ ਆ, ਚੰਦਰਮਾ ਤੇ ਵੀ ਲੋਕ ਜ਼ਮੀਨ ਖਰੀਦ ਲਏ, ਉੱਥੇ ਵੀ ਪਲਾਨ ਕੀਤੇ ਜਾ ਰਹੇ ਕਿ ਘਰ ਬਣਾਉਣ ਦੀ, ਔਰ ਜਿਹੜੇ ਅਮੀਰ ਲੋਕ ਆ ਉਹ ਉੱਥੇ ਪਹੁੰਚ ਰੱਖਦੇ ਆ ਉੱਥੋਂ ਤੱਕ ਪਹੁੰਚਣ ਦੀ। ਪਰ ਬਾਣੀ ਦੱਸਦੀ ਆ ਤੂੰ ਚਾਹੇ ਆਕਾਸ਼ ਤੇ ਵੀ ਆਲਣਾ ਬਣਾਵੇਂ, ਮੈਂ ਤੈਨੂੰ ਉੱਥੋਂ ਵੀ ਖਿੱਚ ਲਊਂਗਾ, ਕਿਉਂਕਿ ਤੇਰਾ ਪਾਪ ਦੇ ਕਾਰਨ ਤੂੰ ਜਿੱਥੇ ਜਿੱਥੇ ਵੀ ਜਾ ਰਿਹਾ, ਜਿੱਥੇ ਪੈਰ ਰੱਖਦਾ ਆ, ਉਹ ਹਰ ਥਾਂ ਸਰਾਪ ਦੇ ਵਿੱਚ ਹੁੰਦੀ ਜਾ ਰਹੀ ਆ, ਔਰ ਹਰ ਸਰਾਪਿਤ ਥਾਂ ਜਿਹੜੀ ਆ ਉਹ ਨਾਸ਼ ਕਰ ਦਿੱਤੀ ਜਾਊਗੀ, ਸਰਾਪਿਤ ਇਨਸਾਨ ਦੇ ਸਮੇਤ। ਸੋ ਇਸ ਲਈ ਤੌਬਾ ਕਰਨੀ ਆ ਔਰ ਮੁੜਨਾ ਆ, ਔਰ ਬਾਣੀ ਦੱਸਦੀ ਜੇ ਤੌਬਾ ਕਰੋ ਤੇ ਮੁੜੋ ਤੇ ਸਵਰਗ ਚੋਂ ਸੁੱਖ ਦੇ ਦਿਨ ਆਉਣਗੇ। ਸੋ ਸੁੱਖ ਦੇ ਦਿਨ ਇਸ ਜ਼ਮੀਨ ਤੋਂ ਨਹੀਂ ਮਿਲਣਗੇ, ਜ਼ਮੀਨ ਦੇ ਕਿਸੇ ਚੀਜ਼ ਤੋਂ ਨਹੀਂ ਮਿਲਣਗੇ, ਬੇਚੈਨੀ ਬਣੀ ਰਹੂਗੀ। ਅਗਰ ਸੁੱਖ ਦੇ ਦਿਨ ਮਿਲਣੇ ਆ ਤਾਂ ਸਵਰਗ ਦੇ ਵਿੱਚੋਂ ਮਿਲਣਗੇ। ਔਰ ਰੋਮੀਓ 3:23 ਦੇ ਵਿੱਚ ਲਿਖਿਆ ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿਤ ਆ। ਤੌਬਾ ਕਿਉਂ ਕਰਨੀ ਆ? ਕਿਉਂਕਿ ਬਾਣੀ ਦੱਸਦੀ ਸਭਨਾਂ ਨੇ ਪਾਪ ਕੀਤਾ ਹੈ, ਇੱਕ ਨੇ ਨਹੀਂ ਕਿਸੇ ਨੇ ਪਾਪ ਕੀਤਾ, ਸਾਰੇ ਜਹਾਨ ਨੇ ਪਾਪ ਕੀਤਾ। ਸਾਰਾ ਜਹਾਨ ਪਾਪ ਦੇ ਵਿੱਚ ਆ, ਸਾਰੇ ਜਹਾਨ ਦੇ ਵਿੱਚ ਪਾਪ ਦਾ ਸੁਭਾਅ ਪਾਇਆ ਜਾਂਦਾ, ਹਰ ਇਨਸਾਨ ਦੇ ਵਿੱਚ ਪਾਪ ਦਾ ਸੁਭਾਅ ਪਾਇਆ ਜਾਂਦਾ ਆ। ਇਸ ਲਈ ਲਿਖਿਆ ਆ ਕਿਉਂਕਿ ਸਭਨਾਂ ਨੇ ਪਾਪ ਕੀਤਾ ਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ ਆ, ਯਾਨੀ ਕਿ ਪਰਮੇਸ਼ਰ ਦੀ ਜਿਹੜੀ ਜੋਤ ਆ, ਉਹਦਾ ਜਲਾਲ ਆ, ਉਹਦੀ ਰੌਸ਼ਨੀ ਆ, ਉਹਦਾ ਸੁਭਾਅ ਆ, ਉਹਦੇ ਤੋਂ ਰਹਿ ਗਏ ਲੋਕ, ਸਭਨਾਂ ਨੇ ਪਾਪ ਕੀਤਾ ਆ। ਔਰ ਫਿਰ ਬਾਣੀ ਦੱਸਦੀ ਆ ਯਿਸੂ ਨੇ ਉਹਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਹਰੇਕ ਜੋ ਪਾਪ ਕਰਦਾ ਹੈ ਸੋ ਪਾਪ ਦਾ ਗੁਲਾਮ ਹੈ। ਪਹਿਲੀ ਗੱਲ ਤੇ ਸਭਨਾਂ ਨੇ ਪਾਪ ਕੀਤਾ ਆ, ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ ਆ। ਦੂਸਰੀ ਗੱਲ ਬਾਣੀ ਦੱਸਦੀ ਆ ਕਿ ਜਿਹੜਾ ਪਾਪ ਕਰਦਾ ਆ ਉਹ ਪਾਪ ਦਾ ਗੁਲਾਮ ਆ। ਫਿਰ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਰ ਦੀ ਬਖਸ਼ਿਸ਼ ਮਸੀਹ ਯਿਸੂ ਸਾਡੇ ਪ੍ਰਭੂ ਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਆ। ਸੋ ਸੰਸਾਰ ਪਾਪ ਦਾ ਗੁਲਾਮ ਆ, ਪਾਪ ਦੀ ਮਜ਼ਦੂਰੀ ਮੌਤ ਆ, ਪਰ ਬਾਣੀ ਵਿੱਚ ਲਿਖਿਆ ਆ ਕਿ ਜੇਕਰ ਕੋਈ ਪਾਪ ਨੂੰ ਮੰਨ ਲਵੇ ਤੇ ਉਹਦੇ ਲਈ ਸਦੀਪਕ ਜੀਵਨ ਹੈਗਾ ਆ। ਯਿਸੂ ਮਸੀਹ ਉਹਨੂੰ ਸਦੀਪਕ ਜੀਵਨ ਦਿੰਦਾ ਆ। ਔਰ ਯੋਹੰਨਾ 3:16 ਚ ਲਿਖਿਆ ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ਼ ਨਾ ਹੋਵੇ ਪਰ ਸਦੀਪਕ ਜੀਵਨ ਪਾਵੇ। ਸੋ ਬਾਣੀ ਦੱਸਦੀ ਪਰਮੇਸ਼ਰ ਨੇ ਜਗਤ ਨਾਲ ਪਿਆਰ ਕੀਤਾ, ਚਾਹੇ ਅਸੀਂ ਕਿੰਨੇ ਵੀ ਪਾਪ 'ਚ ਗਿਰ ਗਏ ਆ, ਕਿੰਨੇ ਵੀ ਮੈਲ ਨਾਲ ਭਰ ਗਏ ਆ। ਜਿੱਦਾਂ ਇੱਕ ਮਾਂ ਆਪਣੇ ਬੱਚੇ ਨੂੰ ਜੇਕਰ ਚਿੱਕੜ 'ਚ ਡਿੱਗ ਜਾਵੇ, ਚਿੱਕੜ 'ਚ ਪਿਆਰ ਨਹੀਂ ਰਹਿਣ ਦਿੰਦੀ, ਉਹਨੂੰ ਚਿੱਕੜ 'ਚ ਚੱਕਦੀ ਆ, ਆਪ ਲਿਪਟ ਜਾਂਦੀ ਆ, ਉਹਨੂੰ ਧੋਂਦੀ ਆ। ਸੋ ਇਸੇ ਤਰੀਕੇ ਨਾਲ ਪ੍ਰਭੂ ਨੇ ਸਾਡਾ ਪਾਪ ਆਪਣੇ ਉੱਤੇ ਲੈ ਲਿਆ ਔਰ ਸਾਨੂੰ ਚੰਗੀ ਤਰ੍ਹਾਂ ਧੋ ਦਿੱਤਾ। ਔਰ ਇਸੇ ਲਈ ਬਾਣੀ 'ਚ ਲਿਖਿਆ ਕਿ ਜੇਕਰ ਕੋਈ ਅੱਜ ਉਹਦੇ ਤੇ ਵਿਸ਼ਵਾਸ ਕਰੇ ਤੇ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਉਹਨੂੰ ਅਨੰਤ ਜੀਵਨ ਮਿਲੇਗਾ। ਔਰ ਯਹੋਨਾ 8:23 ਚ ਲਿਖਿਆ ਉਸਨੇ ਉਹਨਾਂ ਨੂੰ ਆਖਿਆ ਤੁਸੀਂ ਹੇਠਾਂ ਦੇ ਹੋ, ਮੈਂ ਉਤਾਹਾਂ ਦਾ ਹਾਂ, ਤੁਸੀਂ ਜਗਤ ਦੇ ਹੋ ਪਰ ਮੈਂ ਜਗਤ ਦਾ ਨਹੀਂ ਹਾਂ। ਸੋ ਬਾਣੀ ਦੱਸਦੀ ਆ ਪ੍ਰਭੂ ਨੇ ਕਿਹਾ ਕਿ ਤੁਸੀਂ ਹੇਠਾਂ ਦੇ ਹੋ, ਧਰਤੀ ਦੇ ਹੋ। ਸੋ ਧਰਤੀ ਤੋਂ ਕੋਈ ਵੀ ਆ, ਧਰਤੀ ਸਰਾਪ ਦੇ ਵਿੱਚ ਆ, ਧਰਤੀ ਤੋਂ ਪੈਦਾ ਹੋਇਆ ਕੋਈ ਵੀ ਭਗਤ ਜਨ ਉੱਠਦਾ, ਕਿੰਨਾ ਵੀ ਗੁਣੀ ਗਿਆਨੀ ਉੱਠਦਾ ਆ, ਉਹ ਸ਼ਰਾਪ ਦੇ ਵਿੱਚ ਰਹਿੰਦਾ ਆ, ਕਿਉਂਕਿ ਪਾਪ ਦਾ ਸੁਭਾਅ ਉਹਦੇ ਚ ਪਾਇਆ ਜਾਂਦਾ, ਉਹਦੇ ਲਹੂ ਚ ਪਾਪ ਰਹਿੰਦਾ ਆ। ਇਸ ਲਈ ਧਰਤੀ ਦਾ ਕੋਈ ਵੀ ਜਪ ਤਪ ਕਰਨ ਵਾਲਾ ਇਨਸਾਨ ਕਿਸੇ ਦੂਸਰੇ ਦੇ ਪਾਪ ਨੂੰ ਮਾਫ ਨਹੀਂ ਕਰ ਸਕਦਾ। ਜਿਹੜਾ ਆਪ ਡੁੱਬਦਾ ਆ ਉਹ ਦੂਸਰੇ ਡੁੱਬਦੇ ਨੂੰ ਉਤਾਰ ਨਹੀਂ ਸਕਦਾ। ਇਸੇ ਲਈ ਅਗਰ ਕੋਈ ਪਾਪ ਮਾਫ ਕਰ ਸਕਦਾ ਤੇ ਉਹੀ ਮਾਫ ਕਰ ਸਕਦਾ ਜਿਹਦੇ ਵਿੱਚ ਆਪ ਪਾਪ ਨਾ ਹੋਵੇ। ਸੋ ਯਿਸੂ ਮਸੀਹ ਇਸ ਧਰਤੀ ਦਾ ਨਾ ਹੋਣ ਦੇ ਕਰਕੇ ਸਵਰਗ ਤੋਂ ਆਇਆ, ਸਵਰਗ ਦਾ ਆਇਆ, ਇਸ ਲਈ ਉਹਦੇ ਚ ਆਪਣਾ ਕੋਈ ਪਾਪ ਪਾਇਆ ਨਹੀਂ ਗਿਆ। ਉਹਦੇ ਚ ਸਾਮਰਥ ਆ ਕਿ ਦੂਸਰੇ ਦੇ ਪਾਪ ਨੂੰ ਕੀ ਕਰ ਸਕੇ, ਉਠਾ ਸਕੇ। ਸੋ ਅੱਜ ਸਾਨੂੰ ਇਹਨਾਂ ਗੱਲਾਂ ਨੂੰ ਬੜਾ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਅੰਤ ਦੇ ਸਮੇਂ ਆ, ਵਿਨਾਸ਼ ਹੀ ਵਿਨਾਸ਼ ਆ, ਮਹਾਮਾਰੀਆਂ ਤੇ ਮਹਾਮਾਰੀਆਂ ਆ। ਕਿਸੇ ਵੀ ਮਹਾਮਾਰੀ ਦੀ ਚਪੇਟ ਚ ਅਸੀਂ ਕਿਸੇ ਟਾਈਮ ਵੀ ਆ ਸਕਦੇ ਹਾਂ। ਸੋ ਰੱਬ ਨਾ ਕਰੇ ਕਿ ਏਦਾਂ ਸਾਡੇ ਕਿਸੇ ਨਾਲ ਵੀ ਹੋਵੇ। ਸੋ ਸਾਨੂੰ ਚਾਹੀਦਾ ਆ ਕਿ ਅਸੀਂ ਆਪਣੇ ਪਾਪ ਨੂੰ ਮੰਨ ਲਈਏ, ਕਿਉਂਕਿ ਜੇ ਅਸੀਂ ਇਦਾਂ ਹੀ ਮਰ ਗਏ ਤੇ ਬਾਣੀ ਦੱਸਦੀ ਫਿਰ ਸਿੱਧੇ ਨਰਕ ਦੇ ਵਿੱਚ ਜਾਵਾਂਗੇ। ਔਰ ਇਹਦੇ ਤੋਂ ਪਹਿਲਾਂ ਕਿ ਸਾਡੇ ਤੇ ਮੌਤ ਆਵੇ, ਬਾਣੀ ਵਿੱਚ ਲਿਖਿਆ ਹੈ ਜੀਂਦੇ ਜੀ ਭਗਤੀ ਆ, ਮੌਤ ਦੇ ਵਿੱਚ ਕੋਈ ਸਿਮਰਨ ਹੈ ਨਹੀਂ। ਜਦੋਂ ਅਸੀਂ ਮਰ ਗਏ ਫਿਰ ਕੋਈ ਸਿਮਰਨ ਨਹੀਂ, ਜਿਉਂਦੇ ਜੀ ਭਗਤੀ ਆ। ਸੋ ਜਿਉਂਦੇ ਜੀ ਭਗਤੀ ਦੇ ਵਾਸਤੇ ਬਾਣੀ ਦੱਸਦੀ ਹੈ ਸਾਨੂੰ ਤੌਬਾ ਕਰਨੀ ਪੈਣੀ ਆ। ਔਰ ਲਿਖਿਆ ਕਿ ਮਰਕਸ 1:11 ਚ ਅਤੇ ਇੱਕ ਸਵਰਗੀ ਬਾਣੀ ਆਈ ਜੋ ਤੂੰ ਮੇਰਾ ਪਿਆਰਾ ਪੁੱਤਰ ਹੈ ਤੇ ਇੱਥੋਂ ਮੈਂ ਪ੍ਰਸੰਨ ਹਾਂ। ਸੋ ਬਾਣੀ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਦੇ ਬਾਰੇ ਸਵਰਗ ਦੇ ਵਿੱਚੋਂ ਬਾਣੀ ਆਈ ਪਰਮੇਸ਼ਰ ਦੀ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਹਦੇ ਤੋਂ ਮੈਂ ਪ੍ਰਸੰਨ ਹਾਂ। ਅਤੇ ਯਹੋਨਾ 8:36 ਚ ਲਿਖਿਆ ਇਸ ਲਈ ਪੁੱਤਰ ਤੁਹਾਨੂੰ ਆਜ਼ਾਦ ਕਰੇ ਤਾਂ ਠੀਕ ਤੁਸੀਂ ਆਜ਼ਾਦ ਹੋਵੋਗੇ। ਸੋ ਬਾਣੀ ਦੱਸਦੀ ਅਗਰ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਅਸੀਂ ਆਜ਼ਾਦ ਕੀਤੇ ਜਾਵਾਂਗੇ ਪਾਪ ਤੋਂ ਤੇ ਠੀਕ ਆਜ਼ਾਦ ਹੋ ਜਾਵਾਂਗੇ।
ਔਰ ਯੋਨਾ 3:3 ਵਿੱਚ ਲਿਖਿਆ, ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ਵਰ ਦੇ ਰਾਜ ਨੂੰ ਦੇਖ ਨਹੀਂ ਸਕਦਾ। ਸੋ ਅਸੀਂ ਦੇਖਦੇ ਹਾਂ ਜਦੋਂ ਅਸੀਂ ਧਰਤੀ ਤੇ ਜੰਮਦੇ ਹਾਂ, ਪੈਦਾ ਹੁੰਦੇ ਹਾਂ, ਮਾਂ ਦੀ ਕੁੱਖ ਤੋਂ ਪੈਦਾ ਹੁੰਦੇ ਹਾਂ, ਤੇ ਇਸ ਜਗ੍ਹਾ ਤੇ ਅਸੀਂ ਪਾਪ ਦੇ ਵਿੱਚ ਹੀ ਪੈਦਾ ਹੁੰਦੇ ਹਾਂ। ਸੋ ਸਾਨੂੰ ਬਾਣੀ ਦੱਸਦੀ ਹੈ ਕਿ ਅਗਰ ਕੋਈ ਨਵੇਂ ਸਿਰੋਂ ਪੈਦਾ ਹੋਵੇ, ਨਵੇਂ ਸਿਰੋਂ ਪੈਦਾ ਹੋਵੇ ਮਤਲਬ ਜਿੱਦਾਂ ਅਸੀਂ ਮਾਂ ਦੀ ਕੁੱਖ ਤੋਂ ਪੈਦਾ ਹੁੰਦੇ, ਇਦਾਂ ਪ੍ਰਮਾਤਮਾ ਤੋਂ ਪੈਦਾ ਹੋਣਾ ਹੈ, ਪ੍ਰਮਾਤਮਾ ਦੀ ਆਤਮਾ ਤੋਂ ਪੈਦਾ ਹੋਣਾ। ਪਰ ਪ੍ਰਮਾਤਮਾ ਦੀ ਆਤਮਾ ਤੋਂ ਪੈਦਾ ਕੌਣ ਹੁੰਦਾ ਆ? ਜਿਹੜਾ ਆਪਣੇ ਪਾਪ ਨੂੰ ਮੰਨ ਲੈਂਦਾ ਆ। ਸੋ ਅੱਜ ਅਸੀਂ ਆਦਮ ਦਾ ਅਗਰ ਵਜੂਦ ਦੇਖੀਏ ਤੇ ਬਾਣੀ ਇਹ ਦੱਸਦੀ ਆ ਕਿ ਆਦਮ ਦੀ ਜਿਹੜੀ ਸ਼ੋਭਾ ਆ ਉਹ ਘਾਹ ਵਾਂਗ ਆ, ਘਾਹ ਦੇ ਫੁੱਲ ਵਾਂਗ ਆ। ਜਿੱਦਾਂ ਘਾਹ ਦਾ ਫੁੱਲ ਜਿਹੜਾ ਆ ਉਹ ਮੁਰਝਾ ਜਾਂਦਾ ਆ, ਇਦਾਂ ਹੀ ਸਾਡੀ ਸ਼ੋਭਾ ਜਿਹੜੀ ਆ, ਸਾਡੀ ਮਹਿਮਾ ਜਿਹੜੀ ਆ, ਸਾਡਾ ਰੁਤਬਾ ਜਿਹੜਾ ਆ, ਜੋ ਕੁਝ ਵੀ ਆ, ਇੱਕ ਦਿਨ ਮੁਰਝਾ ਜਾਊਗਾ। ਔਰ ਫਿਰ ਬਾਣੀ ਵਿੱਚ ਲਿਖਿਆ ਹੋਇਆ ਆ ਜ਼ਬੂਰ 78 ਉਹਦੀ 39 ਵਿੱਚ ਕਿ ਹਵਾ ਵਾਂਗ ਆ ਆਦਮ। ਹਵਾ ਕਿੱਧਰੋਂ ਆਈ ਕਿੱਧਰੋਂ ਜਾਂਦੀ ਕੋਈ ਪਤਾ ਨਹੀਂ ਲੱਗਦਾ। ਇਸੇ ਤਰੀਕੇ ਨਾਲ ਇਨਸਾਨ ਦਾ ਵੀ ਕੋਈ ਇੱਕ ਟਾਈਮ ਕੋਈ ਪਤਾ ਲੱਗਦਾ ਨਹੀਂ। ਔਰ ਪਹਿਲਾ ਇਤਿਹਾਸ 29 ਦੇ ਆਏ ਉਹਦੀ 15 ਵਿੱਚ ਲਿਖਿਆ ਹੈ, ਇਹ ਆਦਮ ਜਿਹੜਾ ਆ ਇਹਦਾ ਵਜੂਦ ਇਦਾਂ ਦਾ ਕਿ ਪਰਛਾਵੇਂ ਵਰਗਾ ਆ। ਪਰਛਾਵੇਂ ਨੂੰ ਜਦੋਂ ਆਪਾਂ ਦੇਖਦੇ ਹਾਂ, ਸੂਰਜ ਜਦੋਂ ਆਉਂਦਾ ਆ, ਚੜ੍ਹਦਾ ਆ, ਤੇ ਸਾਡਾ ਪਰਛਾਵਾਂ ਬੜਾ ਲੰਬਾ ਹੁੰਦਾ ਆ। ਪਰ ਜਿੱਦਾਂ ਇਸ ਤਾਂ ਨੂੰ ਸਿਰ ਤੇ ਆਉਣਾ ਸ਼ੁਰੂ ਹੁੰਦਾ ਤੇ ਪਰਛਾਵਾਂ ਇੱਕਦਮ ਇੱਕ ਟਾਈਮ ਤੇ ਮੁੱਕ ਹੀ ਜਾਂਦਾ ਆ। ਸੋ ਇਨਸਾਨ ਵੀ ਇਦਾਂ ਦਾ ਆ, ਪਰਛਾਵੇਂ ਵਰਗਾ। ਇੱਕ ਦਿਨ ਇਹ ਨਜ਼ਰ ਆਉਣਾ ਨਹੀਂ। ਹੁਣ ਤਾਂ ਸਾਨੂੰ ਬੜਾ ਲੰਬਾ ਨਜ਼ਰ ਆਉਂਦਾ, ਬੜਾ ਵੱਡਾ ਨਜ਼ਰ ਆਉਂਦਾ, ਬੜਾ ਧਨੀ ਨਜ਼ਰ ਆਉਂਦਾ, ਬੜਾ ਐਕਟਰ ਨਜ਼ਰ ਆਉਂਦਾ, ਬੜਾ ਡਾਇਰੈਕਟਰ ਨਜ਼ਰ ਆਉਂਦਾ ਆ, ਬੜਾ ਕਲਾਕਾਰ ਨਜ਼ਰ ਆਉਂਦਾ ਆ। ਪਰ ਇੱਕ ਦਿਨ ਇਹ ਨਜ਼ਰ ਨਹੀਂ ਆਉਣਾ। ਤੁਸੀਂ ਦੇਖਿਆ ਹੋਣਾ ਕਰੋਨਾ ਦੇ ਦਰਮਿਆਨ ਕਿੱਡੇ ਕਿੱਡੇ ਐਕਟਰ, ਕਿੱਡੇ ਕਿੱਡੇ ਪ੍ਰਧਾਨ ਮੰਤਰੀ, ਕਿੱਡੇ ਕਿੱਡੇ ਰਾਜੇ ਤੱਕ ਖਤਮ ਹੋ ਗਏ ਆ, ਕਿਉਂਕਿ ਪਰਛਾਵੇਂ ਵਾਂਗ ਸੀਗੇ ਔਰ ਪਰਛਾਵਾਂ ਚਲਾ ਗਿਆ, ਖਤਮ ਹੋ ਗਿਆ। ਸੋ ਬਾਣੀ ਦੱਸਦੀ ਮਿੱਟੀ ਦਾ ਆਇਆ ਆਦਮ। ਸੋ ਇੱਕ ਦਿਨ ਬਚਨ ਚ ਲਿਖਿਆ ਕਿ ਤੂੰ ਮਿੱਟੀ ਵਿੱਚੋਂ ਲਿਆ ਗਿਆ ਤੇ ਮਿੱਟੀ ਦੇ ਵਿੱਚ ਹੀ ਮਿਲ ਜਾਏਗਾ। ਸੋ ਬਾਣੀ ਦੱਸਦੀ ਹੈ ਫਿਰ ਅਯੂਬ 4:19 ਵਿੱਚ ਲਿਖਿਆ ਹੈ ਕਿ ਮਿੱਟੀ ਦੇ ਘਰ ਦੇ ਵਿੱਚ ਰਹਿੰਦਾ ਆ ਜਿਹੜਾ ਸਾਡਾ ਸਰੀਰ ਆ, ਇਹ ਅਸਲ ਦੇ ਵਿੱਚ ਮਿੱਟੀ ਦਾ ਘਰ ਆ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ। ਇੱਕ ਦਿਨ ਜਿੱਦਾਂ ਮਿੱਟੀ ਖੁਰ ਜਾਂਦੀ ਆ ਤੇ ਇਸੇ ਤਰੀਕੇ ਨਾਲ ਇਨਸਾਨ ਖੁਰ ਜਾਣਾ ਆ। ਔਰ ਯਕੂਬ 4:13 ਦੇ 14 ਵਿੱਚ ਲਿਖਿਆ ਆ, ਇਹ ਭਾਫ ਵਾਂਗ ਆ। ਜਿੱਦਾਂ ਭਾਫ ਜਦੋਂ ਪਾਣੀ ਨੂੰ ਉਬਾਲਿਆ ਜਾਂਦਾ, ਭਾਫ ਬੜੀ ਚਿੱਟੀ ਚਿੱਟੀ ਇੱਕਦਮ ਨਜ਼ਰ ਆਉਂਦੀ ਆ, ਪਰ ਜਿੱਦਾਂ ਹੀ ਤਾਂ ਨੂੰ ਜਾਂਦੀ ਆ ਅਲੋਪ ਹੋ ਜਾਂਦੀ, ਨਜ਼ਰ ਆਉਂਦੀ ਨਹੀਂ। ਸੋ ਇਸੇ ਤਰੀਕੇ ਨਾਲ ਸਾਡੇ ਨਾਲ ਵੀ ਹੋਣ ਵਾਲਾ ਆ। ਸੋ ਮੁੱਖ ਦੀ ਗੱਲ ਮੈਂ ਦੱਸਣੀ ਚਾਹੁੰਦਾ ਆ, ਦੂਸਰਾ ਤਿਮੋਥੇਉਸ 1:10 ਵਿੱਚ ਲਿਖਿਆ, ਪਰ ਹੁਣ ਸਾਡੇ ਮੁਕਤੀ ਦਾਤਾ ਮਸੀਹ ਯਿਸੂ ਦੇ ਪ੍ਰਕਾਸ਼ ਹੋਣ ਤੋਂ ਪ੍ਰਗਟ ਹੋਈ, ਜਦੋਂ ਉਸਨੇ ਮੌਤ ਦਾ ਨਾਸ਼ ਕਰ ਦਿੱਤਾ ਅਤੇ ਜੀਵਨ ਅਤੇ ਅਮਰਤਾ ਨੂੰ ਖੁਸ਼ਖਬਰੀ ਦੇ ਰਾਹੀਂ ਪ੍ਰਚਾਰ ਕੀਤਾ ਹੈ। ਸੋ ਬਾਣੀ ਦੱਸਦੀ ਆ ਪ੍ਰਭੂ ਯਿਸੂ ਮਸੀਹ ਹੈ ਜਿਹਨੇ ਮੌਤ ਦਾ ਨਾਸ਼ ਕੀਤਾ ਆ। ਇੱਕ ਸੰਸਾਰ ਦੇ ਵਿੱਚ ਐਸਾ ਇੱਕ ਯਿਸੂ ਹੀ ਹੋਇਆ ਜਿਹਨੇ ਮੌਤ ਦਾ ਨਾਸ਼ ਕੀਤਾ ਆ, ਔਰ ਉਹਨੇ ਹੀ ਸਾਨੂੰ ਜੀਵਨ ਤੇ ਅਮਰਤਾ ਦਾ ਸੁਸਮਾਚਾਰ ਦਿੱਤਾ ਆ। ਔਰ ਇਹ ਜਿਹੜਾ ਅਸੀਂ ਸੁਸਮਾਚਾਰ ਸੁਣਾ ਰਹੇ ਹਾਂ, ਕਿਸੇ ਦਾ ਮਜ਼ਹਬ ਬਦਲਣ ਦੇ ਲਈ ਨਹੀਂ ਸੁਣਾ ਰਹੇ, ਕਿਸੇ ਦਾ ਧਰਮ ਬਦਲਣ ਦੇ ਲਈ ਨਹੀਂ ਸੁਣਾ ਰਹੇ, ਸਿਰਫ ਜੀਵਨ ਬਦਲਣ ਦੇ ਲਈ ਸੁਣਾ ਰਹੇ ਹਾਂ ਕਿ ਹਰ ਜਨ ਦਾ ਜੀਵਨ ਬਦਲ ਜਾਏ, ਉਹਦਾ ਚਾਲ ਚੱਲਣ ਬਦਲ ਜਾਏ। ਸੋ ਇਹ ਚਾਲ ਚੱਲਣ ਅਗਰ ਬਦਲਣਾ ਤੇ ਖੁਸ਼ਖਬਰੀ ਦੇ ਦੁਆਰਾ, ਕਿਉਂਕਿ ਖੁਸ਼ਖਬਰੀ ਦੇ ਦੁਆਰਾ ਜਦੋਂ ਯਿਸੂ ਮਸੀਹ ਨੇ ਮੌਤ ਦਾ ਨਾਸ਼ ਕੀਤਾ ਆ ਤੇ ਸਾਨੂੰ ਜੀਵਨ ਦਿੱਤਾ ਆ ਔਰ ਅਮਰਤਾ ਦਿੱਤੀ ਆ, ਔਰ ਅਸੀਂ ਹਮੇਸ਼ਾ ਅਨੰਤ ਜੀਵਨ ਦੇ ਵਿੱਚ ਰਵਾਂਗੇ ਔਰ ਆਪਣੇ ਪਰਮੇਸ਼ਵਰ ਦੇ ਨਾਲ ਉਹਦੇ ਨਾਲ ਹਮੇਸ਼ਾ ਹਮੇਸ਼ਾ ਵਾਸ ਕਰਾਂਗੇ। ਸੋ ਅਸੀਂ ਸਾਰਿਆਂ ਦੇ ਵਾਸਤੇ ਪ੍ਰਾਰਥਨਾ ਕਰਾਂਗੇ। हे ਪਰਮੇਸ਼ਵਰ, ਤੇਰਾ ਧੰਨਵਾਦ ਹੋ, ਅੱਜ ਫਿਰ ਇਸ ਇਲਾਕੇ ਵਿੱਚ ਲੈ ਕੇ ਆਇਆ ਇਹਨਾਂ ਘਰਾਂ ਨੇ ਖੁਦਾਵੰਦ, ਘਰਾਂ ਤੱਕ ਤੇਰਾ ਸੰਦੇਸ਼ ਪਹੁੰਚਾਉਣ ਲਈ ਤੂੰ ਮਦਦ ਕੀਤੀ ਹੈ ਪ੍ਰਭੂ, ਔਰ ਜਿਨ੍ਹਾਂ ਨੇ ਵੀ ਸੁਣਿਆ ਸਾਰਿਆਂ ਨੂੰ ਵੱਡੀ ਬਰਕਤ ਮਿਲ ਜੇ ਔਰ ਖੁਦਾਵੰਦ ਅਨੰਤ ਜੀਵਨ ਮਿਲ ਜੇ, ਐਸੀ ਕਿਰਪਾ ਕਰ ਦੇਣਾ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ, ਆਮੀਨ ਆਮੀਨ।